ਨੈਕਸਟ ਸਾਡੇ ਕੋਲੇ ਐਪਲੀਕੇਸ਼ਨਸ ਆਫ ਡੈਰੀਵੇਟਿਵਸ ਦਾ ਲਾਸਟ ਜਿਹੜਾ ਹੈਗਾ ਟੌਪਿਕ ਹੈ ਉਹ ਹੈਗਾ ਅਪਰੋਕਸੀਮੇਸ਼ਨ। ਅਪਰੋਕਸੀਮੇਸ਼ਨ ਕੀ ਹੈ? ਅਪਰੋਕਸੀਮੇਸ਼ਨ ਇਜ਼ ਦ ਵੇ ਆਫ ਫਾਈਂਡਿੰਗ ਅਪਰੋਕਸੀਮੇਟ ਵੈਲਿਊਜ਼ ਆਫ ਕੁਆਂਟੀਟੀ। ਕਈ ਕੁਆਂਟੀਟੀਜ਼ ਹੁੰਦੀਆਂ ਜਿਨ੍ਹਾਂ ਦੀ ਸਾਨੂੰ ਪੂਰੀ ਵੈਲਿਊ ਨਹੀਂ ਪਤਾ ਹੁੰਦੀ, ਅਸੀਂ ਉਹਨਾਂ ਦੀ ਅਪਰੋਕਸੀਮੇਟ ਵੈਲਿਊ ਫਾਈਂਡ ਕਰਦੇ ਹਾਂ। ਅਪਰੋਕਸੀਮੇਟ ਵੈਲਿਊ ਮਤਲਬ ਉਹਦੀ ਲਗਭਗ ਕਿੰਨੀ ਕੁ ਵੈਲਿਊ ਹੈ ਉਹ ਫਾਈਂਡ ਕਰਦੇ ਹਾਂ। ਉਹ ਫਾਈਂਡ ਕਰਨ ਦਾ ਜਿਹੜਾ ਤਰੀਕਾ ਉਹਨੂੰ ਅਸੀਂ ਅਪਰੋਕਸੀਮੇਸ਼ਨ ਕਹਿੰਦੇ। ਐਂਡ ਇਸ ਐਕਸਰਸਾਈਜ਼ ਦੇ ਵਿੱਚ ਅਸੀਂ ਕੀ ਕਰਾਂਗੇ? ਵੀ ਵਿਲ ਯੂਜ਼ ਡਿਫਰੈਂਸ਼ੀਏਸ਼ਨ ਟੂ ਫਾਈਂਡ ਅਪਰੋਕਸੀਮੇਟ ਵੈਲਿਊਜ਼ ਆਫ ਸਰਡਸ। ਸਰਡਸ ਦੀਆਂ ਅਸੀਂ ਅਪਰੋਕਸੀਮੇਟ ਵੈਲਿਊਜ਼ ਫਾਈਂਡ ਕਰਨ ਵਾਸਤੇ ਡਿਫਰੈਂਸ਼ੀਏਸ਼ਨ ਦਾ ਯੂਜ਼ ਕਰਾਂਗੇ। ਸਰਡਸ ਕੀ ਸੀਗੀਆਂ? ਇੱਦਾਂ ਦੇ ਕੁਐਸਚਨ ਅਸੀਂ 8th ਦੇ ਵਿੱਚ ਪੜ੍ਹੇ ਹੋਏ, ਜਿਹਦੇ ਵਿੱਚ ਕਿਸੇ ਨੰਬਰ ਦੀ ਪਾਵਰ ਫ੍ਰੈਕਸ਼ਨ ਦੀ ਫਾਰਮ ਹੁੰਦੀ ਹੈ, ਜਿਵੇਂ 9 ਦੀ ਪਾਵਰ 1/3, 9 ਦੀ ਪਾਵਰ 1/4, 9 ਦੀ ਪਾਵਰ 1/2, ਜਾਂ ਇਸ ਤਰੀਕੇ ਨਾਲ ਅਸੀਂ ਲਿਖਦੇ ਇਹਨੂੰ 9 ਦੀ ਪਾਵਰ 1/3 ਨੂੰ 9 ਦਾ ਕਿਊਬ ਰੂਟ ਇਸ ਤਰੀਕੇ ਨਾਲ ਵੀ ਲਿਖਦੇ। ਠੀਕ ਹੈ ਨਾ? ਤਾਂ ਇਹਨਾਂ ਨੂੰ ਅਸੀਂ ਸਰਡਸ ਕਹਿੰਦੇ ਹਾਂ। ਇਹਨਾਂ ਦੀ ਅਪਰੋਕਸੀਮੇਟ ਵੈਲਿਊ ਫਾਈਂਡ ਕਰਨ ਦੀ ਅਸੀਂ ਕੰਮ ਕਰਾਂਗੇ, ਕੋਸ਼ਿਸ਼ ਕਰਾਂਗੇ ਇਸ ਐਕਸਰਸਾਈਜ਼ ਦੇ ਵਿੱਚ ਡਿਫਰੈਂਸ਼ੀਏਸ਼ਨ ਦਾ ਯੂਜ਼ ਕਰਕੇ। ਹੁਣ ਸਾਨੂੰ ਕੁਛ ਦੀ ਤਾਂ ਵੈਲਿਊ ਵੈਸੇ ਹੀ ਪਤਾ ਹੁੰਦੀ ਹੈ, ਜਿਵੇਂ 9 ਦੀ ਬਜਾਏ ਜੇ ਆਪਾਂ ਉਹਨੂੰ ਕੋਈ ਕਵੇ ਵੀ ਫਾਈਂਡ ਦਾ ਕਿਊਬ ਰੂਟ ਆਫ 8, ਤਾਂ ਇਹ ਸਾਨੂੰ ਵੈਸੇ ਹੀ ਪਤਾ ਹੈ 8 ਦਾ ਕਿਊਬ ਰੂਟ 2, ਕਿਉਂਕਿ 2 ਦਾ ਕਿਊਬ 8 ਹੁੰਦਾ ਤਾਂ 8 ਦਾ ਕਿਊਬ ਰੂਟ 2 ਹੁੰਦਾ। ਇਸੇ ਤਰ੍ਹਾਂ 3 ਦਾ ਕਿਊਬ 27 ਹੁੰਦਾ ਅਤੇ 27 ਦਾ ਕਿਊਬ ਰੂਟ 3 ਹੁੰਦਾ। ਅਤੇ ਹੁਣ ਜਿਹੜਾ 9 ਹੈ ਉਹ 8 ਅਤੇ 27 ਦੇ ਵਿਚਾਲੇ ਹੈਗਾ ਕਿ ਨਹੀਂ? ਇਹਦਾ ਮਤਲਬ 9 ਦਾ ਜਦੋਂ ਅਸੀਂ ਕਿਊਬ ਰੂਟ ਫਾਈਂਡ ਕਰਾਂਗੇ ਉਹ 2 ਅਤੇ 3 ਦੇ ਵਿਚਾਲੇ ਆਏਗਾ। ਠੀਕ ਹੈ ਨਾ? ਤਾਂ ਅਸੀਂ ਇਸ ਸਾਰੇ ਕੁਐਸਚਨ ਨੂੰ 3 ਸਟੈਪਸ ਦੇ ਵਿੱਚ ਵੰਡ ਲਿਆ। ਠੀਕ ਹੈ ਨਾ? 3 ਸਟੈਪਸ ਕਿਉਂ ਵੰਡਿਆ? ਕਿਉਂਕਿ ਹਰ ਇੱਕ ਸਟੈਪ ਦੇ ਵਿੱਚ ਅਸੀਂ ਕੁਛ ਫਾਈਂਡ ਕਰਨਾ ਹੈ, ਕੁਛ ਅਸੀਂ ਕੰਮ ਕਰਨਾ ਹੈਗਾ। ਤਾਂ ਕੁਐਸਚਨ ਨੂੰ ਜਦੋਂ ਅਸੀਂ ਛੋਟੇ ਹਿੱਸਿਆਂ 'ਚ ਵੰਡ ਕਰਕੇ ਸਮਝ ਲੈਂਦੇ ਹਾਂ ਤਾਂ ਉਹ ਸਾਡੇ ਲਈ ਈਜ਼ੀ ਹੋ ਜਾਂਦਾ ਹੈ ਕੁਐਸਚਨ ਨੂੰ ਅਟੈਂਪਟ ਕਰਨਾ। ਕੋਈ ਵੱਡੀ ਸਾਰੀ ਚੀਜ਼ ਹੋਵੇ, ਉਹਨੂੰ ਜਦੋਂ ਅਸੀਂ ਛੋਟੇ 3 ਹਿੱਸਿਆਂ 'ਚ ਕਰਕੇ ਸਮਝ ਲਾਂਗੇ ਤਾਂ ਉਹ 3 ਹਿੱਸੇ ਛੋਟੇ ਆ, ਸਮਝ ਜਲਦੀ ਆ ਜਾਣਗੇ ਅਤੇ ਅਸੀਂ ਜਲਦੀ ਉਹਨੂੰ ਕਵਰ ਕਰ ਲਾਂਗੇ। ਤਾਂ ਇਸ ਕੁਐਸਚਨ ਦੇ ਵਿੱਚ ਈਜ਼ੀ ਹੈ, ਵੈਸੇ ਮੁਸ਼ਕਿਲ ਕੁਛ ਨਹੀਂ ਹੈਗਾ। ਆਪਾਂ ਦੇਖਦੇ ਹਾਂ, ਦੇਖੋ ਕਿਵੇਂ ਕਰਾਂਗੇ ਇਹਨੂੰ। ਤਾਂ ਜਦੋਂ ਤੁਸੀਂ ਸਮਝ ਲਓਗੇ ਇੱਕ ਵਾਰੀ, ਫਿਰ ਇਹ 'ਚ ਕੁਛ ਵੀ ਨਹੀਂ ਇਸ ਕੁਐਸਚਨ 'ਚ। ਜਿਵੇਂ ਅਸੀਂ ਹੁਣ ਫਾਈਂਡ ਕਰਨਾ ਸੀ ਇਹਦੀ ਵੈਲਿਊ, ਆਹ ਸਾਨੂੰ ਕੁਐਸਚਨ ਸੀ, ਗਿਵਨ ਸੀਗਾ ਸਾਨੂੰ ਸਰਡ ਜਿਹਦੀ ਵੈਲਿਊ ਅਸੀਂ ਫਾਈਂਡ ਕਰਨੀ। ਇਸ ਸਰਡ ਨੂੰ ਅਸੀਂ ਲੈ ਲਾਂਗੇ y + Δy ਪਹਿਲਾਂ। ਤਾਂ y + Δy ਕਿਹਦੇ ਇਕੁਅਲ ਲੈ ਲੈਣਾ? ਜਿਹੜੀ ਸਰਡ ਸਾਨੂੰ ਗਿਵਨ ਉਹਦੇ ਇਕੁਅਲ ਲੈ ਲੈਣਾ। ਤਾਂ ਅਸੀਂ ਲੈ ਲਿਆ y + Δy = ਕਿਊਬ ਰੂਟ ਆਫ 9। ਆਹ ਐਗਜ਼ਾਮਪਲ ਮੈਂ ਨਾਲ ਲੈ ਕੇ ਚੱਲੇ ਹੋਏ ਤਾਂ ਕਿ ਤੁਹਾਨੂੰ ਆਹ ਜਿਹੜੇ ਸਟੈਪਸ ਹੈ ਈਜ਼ੀਲੀ ਸਮਝ ਆ ਜਾਏ। ਸਟੈਪ ਦੇ ਨਾਲ ਐਗਜ਼ਾਮਪਲ ਲਈ ਫਿਰ ਕੀ ਹੈ? ਸਰਡ ਦੇ ਵਿੱਚ ਇੱਕ ਬੇਸ ਹੁੰਦੀ ਹੈ, ਆਹ ਬੇਸ ਹੈ, ਆਹ ਦੀ ਪਾਵਰ। ਠੀਕ ਹੈ? ਤਾਂ ਬੇਸ ਤੇ ਪਾਵਰ ਹੁੰਦੀ ਹੈ। ਤਾਂ ਜਿਹੜੀ ਬੇਸ ਆ ਉਹਨੂੰ ਅਸੀਂ x + Δx ਲੈ ਲੈਣਾ, x + Δx = 9 ਲੈ ਲੈਣਾ। ਹੁਣ ਅਸੀਂ ਦੇਖਾਂਗੇ ਵੀ ਆਹ ਜਿਹੜਾ ਅਸੀਂ 9 ਲਿਆ, 9 ਦੇ ਨਜ਼ਦੀਕ ਕਿਹਦਾ ਕਿਊਬ ਰੂਟ ਸਾਨੂੰ ਪਤਾ ਹੈ? ਤਾਂ 9 ਦੇ ਨਜ਼ਦੀਕ 8 ਦਾ ਕਿਊਬ ਰੂਟ ਪਤਾ। ਉਹ ਤੋਂ ਬਾਅਦ ਤਾਂ 27 9 ਤੋਂ ਕਾਫੀ ਦੂਰ ਹੈ, 8 ਜਿਹੜਾ 9 ਦੇ ਜ਼ਿਆਦਾ ਨਜ਼ਦੀਕ ਹੈ। ਤਾਂ x ਦੀ ਵੈਲਿਊ ਅਸੀਂ 8 ਲੈ ਲਾਂਗੇ। ਤਾਂ x = ਲੈ ਲਾਂਗੇ ਨੰਬਰ ਨੀਅਰ ਟੂ x + Δx ਹੂਜ਼ ਵੈਲਿਊ ਇਜ਼ ਨੋਨ ਟੂ ਅਸ, ਜਿਹਦੀ ਵੈਲਿਊ ਸਾਨੂੰ ਗਿਆਤ ਹੈ, ਜਿਹਦੀ ਵੈਲਿਊ ਸਾਨੂੰ ਪਤਾ ਹੈ। ਹੁਣ ਇਹ x ਦੀ ਵੈਲਿਊ ਅਸੀਂ ਇਹਦੇ ਵਿੱਚ ਪੁੱਟ ਕਰਕੇ Δx ਦੀ ਵੈਲਿਊ ਫਾਈਂਡ ਕਰ ਲੈਂਦੇ ਹਾਂ। ਬਾਈ ਪੁੱਟਿੰਗ ਦਾ ਵੈਲਿਊ ਆਫ x ਫਾਈਂਡ ਦਾ ਵੈਲਿਊ ਆਫ Δx। ਇਹਦੇ ਵਿੱਚ ਪੁੱਟ ਕਰ ਦਿਓ x ਦੀ ਵੈਲਿਊ 8, ਤਾਂ Δx ਦੀ ਵੈਲਿਊ ਆ ਜਾਊਗੀ 8, ਉੱਧਰ ਜਾ ਕੇ 9 ਚੋਂ ਮਾਈਨਸ ਹੋ ਜਾਏਗਾ, Δx ਦੀ ਵੈਲਿਊ 1 ਆ ਜਾਏਗਾ। ਆਹ ਸਾਡਾ ਫਸਟ ਸਟੈਪ ਹੈ 4 ਲਾਈਨ ਦਾ। ਇਸ ਤੋਂ ਬਾਅਦ ਅਸੀਂ ਇੱਕ ਚੀਜ਼ ਹੋਰ ਲੈਟ ਕਰਨੀ ਹੈ, ਉਹ ਲੈਟ ਕਰਨੀ ਹੈ y = Δx ਦਾ ਕਿਊਬ ਰੂਟ ਆਫ x। y = ਕਿਊਬ ਰੂਟ ਆਫ x, ਕਿਉਂਕਿ ਅਸੀਂ ਇੱਥੇ ਕਿਊਬ ਰੂਟ ਫਾਈਂਡ ਕਰ ਰਹੇ ਹਾਂ ਤਾਂ ਕਿਊਬ ਰੂਟ ਲੈ ਲਾਂਗੇ x ਦਾ। ਜੇ ਅਸੀਂ ਇੱਥੇ ਸਕੁਆਇਰ ਰੂਟ ਫਾਈਂਡ ਕਰਨਾ ਹੁੰਦਾ ਤਾਂ ਸਕੁਆਇਰ ਰੂਟ ਲੈ ਲੈਂਦੇ। ਜੇ ਕੁਛ ਹੋਰ ਪਾਵਰ ਹੁੰਦੀ ਤਾਂ ਉਹ ਵਾਲੀ ਪਾਵਰ ਲੈ ਲੈਂਦੇ। ਜੋ ਵੀ ਇੱਥੇ ਪਾਵਰ ਹੈ ਨਾ ਉਹੀ ਅਸੀਂ ਇੱਥੇ ਲੈਣੀ ਹੈ। ਅੱਛਾ, ਹੁਣ ਇਹ ਤੋਂ ਅਸੀਂ 2 ਚੀਜ਼ਾਂ ਫਾਈਂਡ ਕਰਨੀਆਂ। ਪਹਿਲੀ ਚੀਜ਼ ਤਾਂ ਫਾਈਂਡ ਕਰਨੀ ਹੈ ਇਹਦੇ 'ਚ x ਦੀ ਵੈਲਿਊ ਪੁੱਟ ਕਰਕੇ y ਦੀ ਵੈਲਿਊ। x ਦੀ ਵੈਲਿਊ ਅਸੀਂ ਲਈ ਸੀਗੀ 8, x ਇਹਦੇ 'ਚ ਪੁੱਟ ਕਰਨੀ।
ਤਾਂ ਇਹ 'ਚ ਪੁੱਟ ਕਰਾਂਗੇ ਤਾਂ y ਦੀ ਵੈਲਿਊ 2 ਆ ਜਾਏ, x ਦਾ ਕਿਊਬ ਰੂਟ 8 ਦਾ ਕਿਊਬ ਰੂਟ 2 ਹੁੰਦਾ ਹੈ ਨਾ। ਫਿਰ ਅਸੀਂ ਦੂਜਾ ਕੰਮ ਇਹ 'ਚ ਕਰਨਾ, ਇਹਨੂੰ ਡਿਫਰੈਂਸ਼ੀਏਟ ਕਰਨਾ y ਇਕੁਅਲਸ ਟੂ ਆਹ ਚੀਜ਼ ਨੂੰ। ਤਾਂ ਇਹ ਸੀਗੀ x ਦੀ ਪਾਵਰ 1/3 ਦਾ ਡਿਫਰੈਂਸ਼ੀਏਸ਼ਨ ਕੀ ਹੋਏਗਾ, 1/3 ਅੱਗੇ ਆ ਜਾਏਗਾ, x ਦੀ ਪਾਵਰ -2/3 ਹੋ ਜਾਏਗੀ। ਇਹਦੇ ਵਿੱਚ ਵੀ x ਦੀ ਵੈਲਿਊ ਪੁੱਟ ਕਰ ਦੇਣੀ ਅਸੀਂ, ਇਹਦੇ 'ਚ ਵੀ x ਦੀ ਵੈਲਿਊ ਕਿੰਨੀ ਲਈ ਸੀ 8, ਉਹ 'ਚ ਪੁੱਟ ਕਰਨੀ, ਪੁੱਟ ਕਰਕੇ dy/dx ਦੀ ਵੈਲਿਊ ਹੈ ਜਿਹੜੀ ਅਸੀਂ ਫਾਈਂਡ ਕਰਨਾ। ਠੀਕ ਹੈ, ਨੈਕਸਟ ਸਾਡਾ ਇਹ ਹੋਗਾ ਦੂਸਰਾ ਸਟੈਪ। ਇਹਦੇ 'ਚ ਅਸੀਂ ਦੋ ਵੈਲਿਊਜ਼ ਫਾਈਂਡ ਕੀਤੀਆਂ, ਇੱਕ ਤਾਂ y ਦੀ ਵੈਲਿਊ ਫਾਈਂਡ ਕੀਤੀ, ਇੱਕ dy/dx ਦੀ ਵੈਲਿਊ ਫਾਈਂਡ ਕੀਤੀ। ਤਾਂ ਥਰਡ ਸਟੈਪ 'ਚ ਅਸੀਂ ਕੀ ਕਰਨਾ, ਹੁਣ ਅਸੀਂ ਡੈਲਟਾ y ਦੀ ਵੈਲਿਊ, ਡੈਲਟਾ y ਇਕੁਅਲ ਹੁੰਦਾ dy/dx ਇੰਟੂ ਡੈਲਟਾ x। ਤਾਂ dy/dx ਦੀ ਅਸੀਂ ਵੈਲਿਊ ਇੱਥੋਂ ਪੁੱਟ ਕਰਦੇ ਹਾਂ ਜੋ ਕੱਢੀ ਹੋਏਗੀ, ਡੈਲਟਾ x ਦੀ ਵੈਲਿਊ ਅਸੀਂ ਫਸਟ ਸਟੈਪ 'ਚ ਕੱਢੀ ਸੀ ਉਹ ਪੁੱਟ ਕਰ ਦੇਣੀ ਹੈ, ਤੇ ਫਾਈਂਡ ਕਰ ਲੈਣੀ ਹੈ ਵੈਲਿਊ ਆਫ ਡੈਲਟਾ y। ਹੁਣ y ਦੀ ਵੈਲਿਊ ਵੀ ਸਾਨੂੰ ਪਤਾ ਹੈ, ਡੈਲਟਾ y ਦੀ ਵੀ ਵੈਲਿਊ ਪਤਾ ਹੈ, ਤੇ ਇਹ ਦੋਨੋਂ ਵੈਲਿਊਜ਼ ਅਸੀਂ ਇਹਦੇ 'ਚ ਪੁੱਟ ਕਰਕੇ y ਪਲੱਸ ਡੈਲਟਾ y ਦੀ ਵੈਲਿਊ ਫਾਈਂਡ ਕਰ ਲਾਂਗੇ। ਇਹੀ ਅਸੀਂ ਫਾਈਂਡ ਕਰਨਾ ਸੀ। ਦੇਖੋ ਕੀ ਫਾਈਂਡ ਕਰਨਾ ਸੀਗਾ, ਕਿਊਬ ਰੂਟ ਆਫ 9 ਫਾਈਂਡ ਕਰਨਾ ਸੀ ਨਾ, ਉਹ ਕੀ ਸੀਗਾ y ਪਲੱਸ ਡੈਲਟਾ y। ਹੁਣ ਸਾਨੂੰ y ਦੀ ਵੈਲਿਊ ਵੀ ਪਤਾ ਹੈ, ਹੁਣ ਸਾਨੂੰ ਡੈਲਟਾ y ਦੀ ਵੀ ਵੈਲਿਊ ਪਤਾ ਹੈ, ਦੋਨੋਂ ਵੈਲਿਊਜ਼ ਅਸੀਂ ਇਹਦੇ 'ਚ ਪੁੱਟ ਕਰ ਦਿਆਂਗੇ ਤਾਂ ਸਾਡਾ ਜਿਹੜਾ ਹੈਗਾ ਇਹਦੀ ਵੈਲਿਊ ਆ ਜਾਏਗੀ y ਪਲੱਸ ਡੈਲਟਾ y ਦੀ, ਤੇ ਉਹੀ ਸਾਡਾ ਆਨਸਰ ਹੋਏਗਾ, ਕਿਉਂਕਿ ਅਸੀਂ ਐਸੇ ਨੂੰ ਹੀ ਜੋ ਸਾਡਾ ਕੁਐਸਚਨ ਸੀ ਉਸੇ ਨੂੰ ਹੀ ਅਸੀਂ y ਪਲੱਸ ਡੈਲਟਾ y ਲਿਆ ਸੀ। ਠੀਕ ਹੈ ਜੀ, ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। 3 ਸਟੈਪਸ ਅਸੀਂ ਇਹ ਚੰਗੀ ਤਰ੍ਹਾਂ, ਸਟੈਪਸ ਭਾਵੇਂ ਉੱਥੇ ਨਾ ਲਿਖੀਏ, ਸਟੈਪ ਵਾਈਜ਼ ਲਿਖਣਾ ਜ਼ਰੂਰੀ ਨਹੀਂ, ਪਰ ਸਾਨੂੰ ਘੱਟੋ ਘੱਟ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ। ਫਸਟ ਸਟੈਪ ਸਾਡਾ ਪਹਿਲਾ ਕੰਮ ਕੀ ਹੈ, ਦੂਸਰਾ ਕੰਮ ਕੀ ਹੈ, ਤੇ ਤੀਸਰਾ ਕੰਮ ਕੀ ਹੈ। ਠੀਕ ਹੈ ਜੀ, ਆਓ ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨਸ ਐਗਜ਼ਾਮਪਲਸ ਕਰਦੇ ਹਾਂ। ਤਾਂ ਪਹਿਲਾ ਐਗਜ਼ਾਮਪਲ ਹੈ, ਯੂਜ਼ ਡਿਫਰੈਂਸ਼ੀਅਲ ਟੂ ਅਪਰੋਕਸੀਮੇਟ ਸਕੁਆਇਰ ਰੂਟ ਆਫ 36.6। ਤਾਂ ਸਟੈਪ 1 ਇਹ ਸੀਗਾ, ਯਾਦ ਕਰੋ ਜੋ ਵੀ ਸਾਨੂੰ ਸਰਡ ਦਿੱਤੀ ਹੈ ਉਹਨੂੰ ਅਸੀਂ ਲੈਟ ਕਰ ਲੈਣਾ ਹੈ y ਪਲੱਸ ਡੈਲਟਾ y, ਤਾਂ ਸਰਡ ਨੂੰ ਲੈ ਲਿਆ। ਇਹਦਾ ਜਿਹੜਾ ਬੇਸ ਹੈ 36.6, ਉਹਦਾ ਉਹਨੂੰ ਅਸੀਂ ਲੈ ਲੈਣਾ x ਪਲੱਸ ਡੈਲਟਾ x ਲੈ ਲਿਆ। ਇਸ ਤੋਂ ਬਾਅਦ 36.6 ਦੇ ਨਜ਼ਦੀਕ ਕਿਹਦਾ ਸਕੁਆਇਰ ਰੂਟ ਪਤਾ ਹੈ, ਤਾਂ ਤੁਹਾਨੂੰ ਪਤਾ ਹੈ 36 ਦਾ ਸਕੁਆਇਰ ਰੂਟ 6 ਹੁੰਦਾ, 36 ਦਾ ਸਕੁਆਇਰ ਰੂਟ 6 ਹੁੰਦਾ, ਤਾਂ x ਦੀ ਵੈਲਿਊ ਅਸੀਂ 36 ਲੈ ਲਈ। ਠੀਕ ਹੈ ਨਾ, ਤਾਂ ਇਹ x ਦੀ ਵੈਲਿਊ ਇਹਦੇ 'ਚ ਪੁੱਟ ਕਰ ਦੇਣੀ ਹੈ, x ਪਲੱਸ ਡੈਲਟਾ x ਇਕੁਅਲ ਟੂ 36.6 ਸੀਗਾ, ਇਹਦੇ 'ਚ ਅਸੀਂ x ਦੀ ਵੈਲਿਊ 36 ਪੁੱਟ ਕਰਕੇ ਡੈਲਟਾ x ਦੀ ਵੈਲਿਊ ਫਾਈਂਡ ਕਰ ਲਈ, ਤੇ ਉਹ ਆ ਗਈ 0.6 ਮਾਈਨਸ ਕਰਕੇ, ਹੈ ਨਾ। ਇਹ ਆ ਗਿਆ ਸਾਡਾ ਪਹਿਲਾ ਸਟੈਪ। ਸੈਕੰਡ ਸਟੈਪ 'ਚ ਅਸੀਂ ਕੀ ਕਰਨਾ ਹੁੰਦਾ ਹੈ, ਸੈਕੰਡ ਸਟੈਪ 'ਚ ਅਸੀਂ y ਇਕੁਅਲ ਟੂ ਲੈਣਾ ਹੁੰਦਾ, y ਇਕੁਅਲ ਟੂ ਇਹ 'ਚ ਲਵਾਂਗੇ ਹੁਣ ਸਕੁਆਇਰ ਰੂਟ ਆਫ x, ਕਿਉਂਕਿ ਇੱਥੇ ਸਕੁਆਇਰ ਰੂਟ ਫਾਈਂਡ ਕਰ ਰਹੇ ਹਾਂ ਤਾਂ ਸਕੁਆਇਰ ਰੂਟ ਲੈ ਲੈਣਾ, ਕਿਊਬ ਰੂਟ ਹੁੰਦਾ ਤਾਂ ਕਿਊਬ ਰੂਟ ਲੈ ਲੈਣਾ। ਤਾਂ ਇਹਦੇ 'ਚ ਅਸੀਂ ਕੀ ਕਰਦੇ ਹੁੰਦੇ, ਦੋ ਵੈਲਿਊਜ਼ ਫਾਈਂਡ ਕਰਦੇ ਹੁੰਦੇ। ਤਾਂ x ਦਾ ਵੈਲਿਊ ਪੁੱਟ ਕਰੀਏ ਅਸੀਂ 36, ਤਾਂ y ਦੀ ਵੈਲਿਊ ਆ ਗਈ 6। ਠੀਕ ਹੈ ਨਾ, ਦੂਸਰਾ ਕੰਮ ਹੈ ਅਸੀਂ dy/dx, ਤਾਂ ਸਕੁਆਇਰ ਰੂਟ ਆਫ x ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ 1/2 ਰੂਟ x। ਠੀਕ ਹੈ, ਇਹਦੇ 'ਚ ਵੀ x ਦੀ ਵੈਲਿਊ 36 ਪੁੱਟ ਕਰੀ ਤਾਂ ਕੀ ਆ ਗਿਆ ਆਨਸਰ 1/12। ਹੁਣ ਅਸੀਂ ਸੈਕੰਡ ਸਟੈਪ ਕੰਪਲੀਟ ਕਰ ਲਿਆ। ਥਰਡ ਸਟੈਪ ਤੇ ਚੱਲੀਏ। ਥਰਡ ਸਟੈਪ ਹੈਗਾ ਡੈਲਟਾ y ਦੀ ਵੈਲਿਊ ਫਾਈਂਡ ਕਰਨੀ ਹੈ। ਡੈਲਟਾ y ਇਕੁਅਲਸ ਹੁੰਦਾ dy/dx ਇੰਟੂ ਡੈਲਟਾ x। ਇਹਦੇ 'ਚ ਵੀ dy/dx ਦੀ ਵੈਲਿਊ ਅਸੀਂ ਪੁੱਟ ਕਰ ਦੇਣੀ ਹੈ 1/12। ਡੈਲਟਾ x ਦੀ ਵੈਲਿਊ ਅਸੀਂ ਕੱਢੀ ਹੋਈ ਹੈ ਉਹ ਵੀ ਪੁੱਟ ਕਰ ਦੇਣੀ ਹੈ 0.6। ਇਸ ਤੋਂ ਬਾਅਦ ਇਹਦੀ ਡੈਸੀਮਲ ਹਟਾ ਲੈਣੀ ਆਪਾਂ ਇੱਥੇ, ਡਿਵਾਈਡਡ ਬਾਈ 10 ਕਰਕੇ ਆ ਡੈਸੀਮਲ ਹਟ ਜਾਏਗੀ ਤੇ ਬਣ ਜਾਏਗਾ 6 × 1 6 ਓਵਰ 120, 6 ਓਵਰ 120 ਤੇ 6 ਓਵਰ 120 ਹੋ ਗਿਆ ਤਾਂ ਇਹ 6 ਦੇ ਟੇਬਲ ਤੇ ਕੱਟਿਆ ਜਾਊਗਾ 6 1 ਦਾ 620 ਦਾ ਇਹ 1/20 ਆ ਗਿਆ ਤੇ ਆ ਗਈ ਡੈਲਟਾ y ਦੀ ਵੈਲਿਊ। ਹੁਣ ਸਾਨੂੰ y ਦੀ ਵੈਲਿਊ ਵੀ ਪਤਾ ਹੈ, ਡੈਲਟਾ y ਦੀ ਵੈਲਿਊ ਵੀ ਪਤਾ ਹੈ। ਇਹ ਦੋਨੋਂ ਵੈਲਿਊਜ਼ ਅਸੀਂ y ਪਲੱਸ ਡੈਲਟਾ y ਇਹ 'ਚ ਪੁੱਟ ਕਰ ਦੇਣੀਆਂ ਨੇ ਤੇ ਇਹ 'ਚ ਹੁਣ ਐਲਸੀਐਮ ਲੈ ਲਿਆ 20 ਤੇ ਆਹ ਸਾਡਾ ਆਨਸਰ ਆ ਗਿਆ 121/20। ਇੱਥੇ ਤੱਕ ਵੀ ਕਰ ਦੇਂਗੇ ਤਾਂ ਠੀਕ ਹੈ ਸਾਡਾ ਕੁਐਸਚਨ, ਪਰ ਕੰਪਲੀਟ ਇੱਥੇ ਆ ਕੇ ਹੁੰਦਾ ਇਹਨੂੰ 20 ਨਾਲ ਡਿਵਾਈਡ ਕਰਾਂਗੇ 6.05 ਸਾਡਾ ਆਨਸਰ ਆਏਗਾ। ਇਹ ਅਸੀਂ ਫਾਈਂਡ ਕਰਨਾ। ਹੁਣ ਇਹ 'ਚ ਆਪਾਂ ਨੋਟ ਕਰੀਏ ਵੀ ਅਸਲ 'ਚ ਇਹ ਜਿਹੜਾ ਸਾਰਾ ਕੁਛ ਕੀ ਸੀਗਾ x, ਕੀ ਸੀਗਾ y
ਕੀ ਸੀਗਾ x ਪਲੱਸ ਡੈਲਟਾ x, ਕੀ ਸੀਗਾ y ਪਲੱਸ ਡੈਲਟਾ y। ਇਹ ਚੀਜ਼ਾਂ ਸਾਨੂੰ ਨੋਟ ਡਾਊਨ ਕਰ ਲੈਣੀਆਂ ਚਾਹੀਦੀਆਂ। ਥੋੜ੍ਹਾ ਜਿਹਾ ਕਨਸੈਪਟ ਸਾਨੂੰ ਇਹਦਾ ਸਮਝਣਾ ਚਾਹੀਦਾ। ਜ਼ਿਆਦਾ ਸਾਨੂੰ ਕਨਸੈਪਟ ਦੀ ਜ਼ਰੂਰਤ ਨਹੀਂ ਪੈਂਦੀ ਕੁਐਸਚਨ ਦੇ ਵਿੱਚ। ਮੈਥਡ ਅਸੀਂ ਅਪਲਾਈ ਕਰਕੇ ਕੁਐਸਚਨ ਕਰ ਸਕਦੇ ਹਾਂ, ਪਰ ਕਿਤੇ ਕੋਈ ਸਾਨੂੰ ਜ਼ਰੂਰਤ ਪੈ ਸਕਦੀ ਇਹਦੀ। ਅਸਲ 'ਚ ਕੀ ਹੈ ਇਹ? ਅਸਲ 'ਚ ਤੁਸੀਂ ਦੇਖੋ y ਕੀ ਹੈ, y ਇਜ਼ ਅ ਫੰਕਸ਼ਨ ਆਫ x, y ਇਕੁਅਲ ਟੂ ਸਕੁਆਇਰ ਰੂਟ ਆਫ x ਲੈ ਸੀ ਨਾ ਅਸੀਂ। y ਕੀ ਹੈ? x ਦਾ ਫੰਕਸ਼ਨ, ਠੀਕ ਹੈ ਨਾ। ਤਾਂ ਸ਼ੁਰੂ 'ਚ ਜਦੋਂ x ਦੀ ਵੈਲਿਊ 36 ਸੀਗੀ, 36, ਤਾਂ y ਦੀ ਵੈਲਿਊ 6 ਸੀ। ਹੁਣ ਜੇ x ਦੀ ਵੈਲਿਊ ਅਸੀਂ ਥੋੜ੍ਹੀ ਜਿਹੀ ਵਧਾ ਦਈਏ, ਡੈਲਟਾ x ਵਧਾ ਦਈਏ, x ਦੀ ਵੈਲਿਊ ਪਹਿਲਾਂ 36 ਹੈ, ਉਹਨੂੰ ਜੇ ਵਧਾ ਕੇ 36.6 ਕਰ ਲਈਏ, ਯਾਨੀ ਉਹਦੇ 'ਚ ਅਸੀਂ 0.6 ਜੋੜ ਦਈਏ, ਜਿਹੜੀ ਉਹਦੀ ਸ਼ੁਰੂ ਵੈਲਿਊ ਸੀਗੀ। ਸ਼ੁਰੂ 'ਚ ਵੈਲਿਊ ਅਸੀਂ ਲਈ 36, ਉਹ 'ਚ ਜੇ ਅਸੀਂ 0.6 ਜੋੜ ਕੇ ਉਹਨੂੰ 36.6 ਕਰ ਦਈਏ, ਤਾਂ y ਦੀ ਵੈਲਿਊ ਕਿੰਨੀ ਹੋ ਜਾਏਗੀ, ਇਹ ਅਸੀਂ ਚੈੱਕ ਕਰਨਾ। ਇਹ ਸਾਡਾ ਆਨਸਰ ਹੈ, ਇਹੀ ਅਸੀਂ ਕੱਢਣਾ ਹੈ। ਤਾਂ ਅਸੀਂ ਨੋਟ ਕੀਤਾ ਵੀ ਜਦੋਂ x ਦੀ ਵੈਲਿਊ 36 ਸੀਗੀ ਤਾਂ y ਦੀ ਵੈਲਿਊ 6 ਸੀ। ਜਦੋਂ x ਦੀ ਵੈਲਿਊ ਵੱਧ ਕੇ x ਪਲੱਸ ਡੈਲਟਾ x ਹੋ ਗਈ, ਯਾਨੀ 36.6 ਹੋ ਗਈ, ਤਾਂ y ਦੀ ਵੈਲਿਊ ਦੇਖੋ ਵੱਧ ਕੇ ਕਿੰਨੀ ਹੋ ਗਈ ਐਂਡ 'ਚ 6.05। ਤਾਂ ਆਹੀ ਸਾਡਾ ਇਹਦੇ 'ਚ ਕਨਸੈਪਟ ਹੈ ਵੀ ਇਹਦੇ 'ਚ ਅਸਲ 'ਚ ਕੀ ਹੈ, y ਹੈ ਜਿਹੜਾ, y ਇਜ਼ ਅ ਫੰਕਸ਼ਨ ਆਫ x, ਠੀਕ ਹੈ ਨਾ। ਜਿਵੇਂ ਜਿਵੇਂ x ਦੀ ਵੈਲਿਊ ਵਧੇਗੀ, x ਦੀ ਵੈਲਿਊ ਸ਼ੁਰੂ 'ਚ x ਹੈ, ਉਹਨੂੰ ਵਧਾ ਕੇ ਅਸੀਂ x ਪਲੱਸ ਡੈਲਟਾ x ਕਰ, ਤਾਂ y ਦੀ ਵੈਲਿਊ ਵੀ ਉਸ ਹਿਸਾਬ ਨਾਲ ਵਧੇਗੀ। y ਦੀ ਵੈਲਿਊ ਜਿਹੜੀ ਸ਼ੁਰੂ 'ਚ y ਸੀ, ਉਹ ਵੱਧ ਕੇ ਕੀ ਹੋ ਜਾਊਗੀ, y ਪਲੱਸ ਡੈਲਟਾ y। ਉਹ ਕਾਹਦੇ ਇਕੁਅਲ ਹੋਏਗੀ, f, x ਦੀ ਥਾਂ 'ਤੇ ਹੁਣ x ਪਲੱਸ ਡੈਲਟਾ x ਭਰਿਆ ਜਾਊਗਾ। ਤਾਂ ਆਹ ਸਾਡਾ ਕਨਸੈਪਟ ਹੈ ਵੀ ਜਿਵੇਂ x ਦੀ ਵੈਲਿਊ ਜੇ ਥੋੜ੍ਹੀ ਜਿਹੀ ਵਧਾ ਦਈਏ ਜਾਂ ਥੋੜ੍ਹੀ ਜਿਹੀ ਘਟਾ ਵੀ ਸਕਦੇ ਹਾਂ ਅਸੀਂ ਕਿਸੇ ਥਾਂ 'ਤੇ, ਥੋੜ੍ਹੀ ਜਿਹੀ ਵਧਾ ਦਈਏ ਤਾਂ y ਦੀ ਵੈਲਿਊ ਕਿੰਨੀ ਵਧੇਗੀ। ਇਹ ਸਾਡਾ ਸਵਾਲ ਕਰਨ ਦਾ ਜਿਹੜਾ ਹੈਗਾ ਉਹ ਪਿੱਛੇ ਮੈਥਡ ਦੀ ਲੌਜਿਕ ਹੈ ਜਿਹੜਾ ਪਿੱਛੇ ਉਹ ਇਹ ਹੈ, ਠੀਕ ਹੈ ਕਿ ਨਹੀਂ। ਆਹੀ ਚੀਜ਼ ਅਸੀਂ ਇੱਥੇ ਨੋਟ ਕੀਤੀ ਹੈ, ਪੁਆਇੰਟ ਟੂ ਨੋਟ ਹੇਅਰ y ਇਜ਼ ਅ ਫੰਕਸ਼ਨ ਆਫ x, ਯਾਨੀ y ਇਜ਼ ਇਕੁਅਲ ਟੂ fx ਆਪਾਂ ਕਹਿ ਸਕਦੇ ਹਾਂ। ਜਿਵੇਂ ਇਸ ਐਗਜ਼ਾਮਪਲ ਦੇ ਵਿੱਚ y ਇਜ਼ ਇਕੁਅਲ ਟੂ ਕੀ ਸੀਗਾ, ਸਕੁਆਇਰ ਰੂਟ ਆਫ x। We are here studying that if we increase the value of x by a small quantity delta x, ਜਿਵੇਂ ਇਸ ਕੁਐਸਚਨ 'ਚ ਕੀ ਸੀਗਾ, 36 ਤੋਂ x ਦੀ ਵੈਲਿਊ ਵਧਾ ਕੇ ਅਸੀਂ 36 ਤੋਂ 36.6 ਕਰਕੇ ਇਹਦੇ 'ਚ ਡੈਲਟਾ x ਜੋੜਤਾ, ਯਾਨੀ 0.6 ਜੋੜ, ਠੀਕ ਹੈ ਨਾ। ਦੈਨ ਵੈਲਿਊ ਆਫ y ਜਿਹੜੀ ਪਹਿਲਾਂ fx ਸੀ, ਉਹ ਚੇਂਜ ਹੋ ਕੇ ਕੀ ਹੋ ਜਾਏਗੀ, y ਪਲੱਸ ਡੈਲਟਾ y। ਕਾਹਦੇ ਇਕੁਅਲ ਹੋਏਗੀ ਉਹ, fx ਪਲੱਸ ਡੈਲਟਾ x, fx ਦੀ ਥਾਂ 'ਤੇ ਹੁਣ x ਪਲੱਸ ਡੈਲਟਾ x ਹੋ ਜਾਏ। ਤਾਂ ਅਸੀਂ ਇਹੀ ਚੀਜ਼ ਕਰੀਏ। ਉਹ ਐਗਜ਼ਾਮਪਲ ਤੁਸੀਂ ਨੋਟ ਕੀਤਾ ਸੀਗਾ ਵੀ ਜਦੋਂ x ਦੀ ਵੈਲਿਊ 36 ਤੋਂ ਚੇਂਜ ਹੋ ਕੇ 36.6 ਹੁੰਦੀ ਹੈ, ਤਾਂ y ਦੀ ਵੈਲਿਊ ਜਿਹੜੀ ਚੇਂਜ ਹੋ ਕੇ 6 ਤੋਂ 6.05 ਤਾਂ ਇਹ ਸਾਡਾ ਪਿੱਛੇ ਇਹਦੇ ਲੌਜਿਕ ਸੀਗਾ, ਕਨਸੈਪਟ ਸੀ, ਜਿਹੜਾ ਸਾਡੇ ਕਿਤੇ ਨਾ ਕਿਤੇ ਕੰਮ ਆਏਗਾ। ਤਾਂ ਸਾਨੂੰ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਜ਼ਿਆਦਾਤਰ ਜਿਹੜੇ ਕੁਐਸਚਨਸ ਆਉਂਦੇ ਆ ਉਹ ਇਸ ਤਰ੍ਹਾਂ ਦੇ ਆਉਂਦੇ ਜਿਹੜਾ ਆਪਾਂ ਐਗਜ਼ਾਮਪਲ ਫਸਟ ਕੀਤਾ ਹੈਗਾ। ਤੇ ਇਹ ਜਿਹੜੇ ਕੁਐਸਚਨ ਹੈ, ਚਾਹੇ ਸਾਨੂੰ ਕਨਸੈਪਟ ਨਹੀਂ ਵੀ ਕਲੀਅਰ ਹੈਗਾ, ਤਾਂ ਵੀ ਇਹ ਕੁਐਸਚਨ ਅਸੀਂ ਈਜ਼ੀਲੀ ਅਟੈਂਪਟ ਕਰ ਲੈਂਦੇ ਹਾਂ। ਪਰ ਫਿਰ ਵੀ ਸਾਨੂੰ ਆਪਣਾ ਕੁਐਸਚਨ ਜਿਹੜਾ ਪਿੱਛੇ ਲੌਜਿਕ ਹੈ, ਉਹ ਸਾਨੂੰ ਸਮਝ ਲੈਣਾ ਚਾਹੀਦਾ। ਐਗਜ਼ਾਮਪਲ 2, use differential to approximate 25 to the power 1/3। ਅਸੀਂ ਕੀ ਫਾਈਂਡ ਕਰਨਾ ਹੈ, 25 ਦਾ ਕਿਊਬ ਰੂਟ। ਤਾਂ ਉਸੇ ਤਰ੍ਹਾਂ ਆਪਾਂ ਸਟੈਪ ਵਾਈਜ਼ ਸ਼ੁਰੂ ਕਰਦੇ ਹਾਂ। ਲੈਟ ਕਰਾਂਗੇ, ਜੋ ਸਾਨੂੰ ਫਾਈਂਡ ਕਰਨ ਨੂੰ ਕਿਹਾ ਜਾ ਰਿਹਾ ਉਹਨੂੰ ਅਸੀਂ ਲੈਟ ਕਰ ਲੈਣਾ y ਪਲੱਸ ਡੈਲਟਾ y। ਤਾਂ y ਪਲੱਸ ਡੈਲਟਾ y ਇਕੁਅਲ ਟੂ ਆ ਗਿਆ 25 ਟੂ ਦਾ ਪਾਵਰ 1/3। ਹੁਣ ਇਹਦਾ ਜਿਹੜਾ ਬੇਸ ਹੈ 25, ਉਹਨੂੰ ਅਸੀਂ ਲੈਟ ਕਰ ਲੈਣਾ x ਪਲੱਸ ਡੈਲਟਾ x। ਤਾਂ x ਪਲੱਸ ਡੈਲਟਾ x ਇਕੁਅਲ ਟੂ ਆ ਜਾਏਗਾ 25। ਅਤੇ ਉਸ ਤੋਂ ਬਾਅਦ ਅਸੀਂ x ਦੀ ਵੈਲਿਊ ਲੈਣੀ ਹੈ। x ਦੀ ਵੈਲਿਊ ਕਿਸ ਤਰੀਕੇ ਨਾਲ ਲੈਣੇ ਹੁੰਦੇ, ਯਾਦ ਕਰੋ, 25 ਦੇ ਨੇੜੇ ਉਹ ਵੈਲਿਊ ਜਿਹਦਾ ਕਿਊਬ ਰੂਟ ਸਾਨੂੰ ਪਤਾ ਹੈ। ਤਾਂ 25 ਦੇ ਨੇੜੇ 27 ਦਾ ਕਿਊਬ ਰੂਟ ਪਤਾ ਸਾਨੂੰ 3 ਹੁੰਦਾ। ਤਾਂ x ਦੀ ਵੈਲਿਊ ਲੈ ਲਾਂਗੇ 27। ਇਹ ਵੈਲਿਊ ਇਹ 'ਚ ਪੁੱਟ ਕਰਕੇ ਡੈਲਟਾ x ਦੀ ਵੈਲਿਊ ਫਾਈਂਡ ਕਰਾਂਗੇ। ਤਾਂ 27 ਪਲੱਸ ਡੈਲਟਾ x ਇਕੁਅਲ ਟੂ 25। 27 ਉੱਧਰ ਜਾ ਕੇ ਮਾਈਨਸ ਹੋ ਕੇ ਡੈਲਟਾ x ਦੀ ਵੈਲਿਊ ਆ ਗਈ -2। ਇਹ ਸਾਡਾ ਫਸਟ ਸਟੈਪ ਕੰਪਲੀਟ ਹੋ ਗਿਆ। ਹੁਣ ਸੈਕੰਡ ਸਟੈਪ ਦੇ ਵਿੱਚ ਅਸੀਂ ਕਿਉਂਕਿ 25 ਦਾ ਕਿਊਬ ਰੂਟ ਫਾਈਂਡ ਕਰ ਰਹੇ ਹਾਂ, ਤਾਂ y ਦੀ ਵੈਲਿਊ ਲੈ ਲਾਂਗੇ x ਟੂ ਦਾ ਪਾਵਰ 1/3, ਯਾਨੀ x ਦਾ ਕਿਊਬ ਰੂਟ। ਤਾਂ ਇਹਦੇ 'ਚ x ਦੀ ਵੈਲਿਊ ਪੁੱਟ ਕਰਕੇ y ਦੀ ਵੈਲਿਊ ਕੱਢ ਲਈ। ਪਹਿਲਾ ਕੰਮ ਸਾਡਾ ਹੋ ਜਾਏਗਾ। ਦੂਸਰਾ ਕੰਮ ਅਸੀਂ ਕੀ ਕਰਨਾ ਸੀ, ਇਹਦੇ 'ਚ
ਇਹਦਾ ਡਿਫਰੈਂਸ਼ੀਏਸ਼ਨ ਕਰਨਾ, ਤਾਂ y ਦਾ ਡਿਫਰੈਂਸ਼ੀਏਸ਼ਨ ਕਰਾਂਗੇ ਤਾਂ ਕਿਉਂਕਿ ਇੱਥੇ x ਦੀ ਪਾਵਰ 1/3 ਹੈ, ਅੱਗੇ ਆ ਜਾਏਗੀ ਪਾਵਰ 1/3, ਇੱਥੇ ਪਾਵਰ -1 ਹੋ ਜਾਏਗੀ, ਤਾਂ x ਦੀ ਪਾਵਰ ਹੋ ਜਾਏਗੀ -2/3, ਤਾਂ 1/3 ਇੰਟੂ x ਦੀ ਪਾਵਰ -2/3, ਉਹ -2/3 ਹੇਠਾਂ ਆ ਕੇ ਪੋਜ਼ੀਟਿਵ ਹੋ ਜਾਏਗੀ, ਤਾਂ 1/3 x ਟੂ ਦਾ ਪਾਵਰ 2/3 ਆਏ। ਇਹਦੇ ਵਿੱਚ ਵੀ x ਦੀ ਵੈਲਿਊ 27 ਪੁੱਟ ਕਰ ਦੇਂਗੇ, ਤਾਂ ਇਹ ਆ ਜਾਊਗਾ 3 ਇੰਟੂ 27 ਟੂ ਦਾ ਪਾਵਰ 2/3। ਇਹ ਸਾਨੂੰ ਵੈਲਿਊ ਕੱਢਣੀ ਆਉਂਦੀ ਹੈ 27 ਦੀ ਪਾਵਰ 2/3। ਕਿਵੇਂ ਕੱਢਦੇ ਹੁੰਦੇ, ਯਾਦ ਕਰੋ, 27 ਟੂ ਦਾ ਪਾਵਰ 2/3 ਇਕੁਅਲਸ ਟੂ 27 ਨੂੰ ਕੀ ਲਿਖ ਸਕਦੇ ਹੁੰਦੇ ਅਸੀਂ, 3 ਦੀ ਪਾਵਰ 3, ਇਹਦੀ ਪਾਵਰ 2/3 ਹੋ ਗਈ, ਠੀਕ ਹੈ। ਫਿਰ ਆ ਪਾਵਰ ਦੇ ਉੱਤੇ ਪਾਵਰ ਆ ਤਾਂ ਪਾਵਰਸ ਦੀ ਮਲਟੀਪਲੀਕੇਸ਼ਨ ਹੋ ਜਾਏਗੀ, ਤਾਂ 3 ਇੰਟੂ 2/3 ਹੋ ਜਾਏਗੀ, ਆ 3 ਨਾਲ 3 ਕੈਂਸਲ ਹੋ ਕੇ 3 ਦੀ ਪਾਵਰ 2 ਬਚੇਗੀ, ਯਾਨੀ 9। ਤਾਂ 27 ਟੂ ਦਾ ਪਾਵਰ 2/3 ਦੀ ਥਾਂ ਤੇ 9 ਆ ਗਿਆ, ਤਾਂ 3 ਇੰਟੂ 9 27 ਹੋ ਗਿਆ, ਤਾਂ 1/27 ਆਂਸਰ ਆ ਗਿਆ dy/dx। ਸਟੈਪ 2 ਕੰਪਲੀਟ ਹੋ। ਸਟੈਪ 3 ਦੇ ਵਿੱਚ ਅਸੀਂ ਡੈਲਟਾ y ਦੀ ਵੈਲਿਊ ਫਾਈਂਡ ਕਰਦੇ ਹਾਂ। ਡੈਲਟਾ y ਕਾਹਦੇ ਇਕੁਅਲ ਹੁੰਦਾ, dy/dx ਇੰਟੂ ਡੈਲਟਾ x। dy/dx ਦੀ ਵੈਲਿਊ 1/27 ਉਹਨੇ ਫਾਈਂਡ ਕੀਤੀ ਹੈ, ਡੈਲਟਾ x ਦੀ ਵੈਲਿਊ -2 ਫਸਟ ਸਟੈਪ ਦੇ ਵਿੱਚ ਫਾਈਂਡ ਕੀਤੀ ਸੀ, ਵੈਲਿਊਜ਼ ਪੁੱਟ ਕੀਤੀਆਂ ਤਾਂ -2/27। ਹੁਣ ਡੈਲਟਾ y ਦੀ ਵੀ ਵੈਲਿਊ ਪਤਾ ਹੈ, y ਦੀ ਵੀ ਪਤਾ ਹੈ, ਇਹਦੇ ਵਿੱਚ ਪੁੱਟ ਕਰ ਦਿਓ, y ਪਲੱਸ ਡੈਲਟਾ y ਕਾਹਦੇ ਇਕੁਅਲ ਹੋ ਜਾਏਗਾ, 3 - 2/27। ਐਲਸੀਐਮ ਲੈ ਲਿਆ, ਆ ਸਾਡਾ ਆਂਸਰ ਆਊਗਾ 79/27। ਡਿਵਾਈਡ ਕਰਾਂਗੇ ਤਾਂ 2.92 ਸਾਡਾ ਆਂਸਰ ਆ ਜਾਏਗਾ, ਇਹੀ ਫਾਈਂਡ ਕਰਨਾ ਸੀ। ਨੈਕਸਟ ਸਾਡੇ ਕੋਲ ਐਗਜ਼ਾਮਪਲ 3, ਫਾਈਂਡ ਦਾ ਅਪਰੋਕਸੀਮੇਟ ਵੈਲਿਊ ਆਫ f3.02 ਵੇਅਰ fx ਇਕੁਅਲਸ ਟੂ ਆ ਸਾਨੂੰ ਗਿਵਨ ਹੈਗਾ, ਠੀਕ ਹੈ। ਤਾਂ ਇੱਕ ਤਰੀਕਾ ਤਾਂ ਸਿੱਧਾ ਇਹੀ ਹੈ ਵੀ x ਦੀ ਥਾਂ ਤੇ ਅਸੀਂ 3.02 ਪੁੱਟ ਕਰ ਦਈਏ, ਮਲਟੀਪਲਾਈ ਤੇ ਕਰਕੇ ਆਂਸਰ ਕੱਢ ਲਈਏ, ਪਰ ਅਸੀਂ ਡਿਫਰੈਂਸ਼ੀਅਲ ਦਾ ਯੂਜ਼ ਕਰਨਾ, ਉਹ ਮੈਂ ਥੋੜਾ ਮੁਸ਼ਕਲ ਵੀ ਹੈ। ਦੇਖੋ ਇੱਥੇ 3.02 ਪੁੱਟ ਕਰਾਂਗੇ ਤਾਂ 3.02 ਦਾ ਸਕੁਆਇਰ ਹੋ ਜਾਏਗਾ, 3.02 ਦਾ ਸਕੁਆਇਰ ਮਲਟੀਪਲਾਈ ਕਰਨਾ ਮੁਸ਼ਕਲ ਹੈ ਥੋੜਾ ਜਿਹਾ। ਇਸੇ ਤਰ੍ਹਾਂ 3.02 ਦਾ ਇੱਥੇ ਪੁੱਟ ਕਰਾਂਗੇ, ਫਿਰ ਮਲਟੀਪਲਾਈ ਕਰਾਂਗੇ, ਫਿਰ ਸਾਡਾ ਜੋ ਆਂਸਰ ਆਏਗਾ ਉਹਨਾਂ ਨੂੰ ਫਿਰ ਐਡ ਕਰਾਂਗੇ, ਤਾਂ ਥੋੜਾ ਜਿਹਾ ਮੁਸ਼ਕਲ ਪੇਸ਼ ਆ ਸਕਦਾ। ਤਾਂ ਅਸੀਂ ਇੱਥੇ ਡਿਫਰੈਂਸ਼ੀਅਲ ਦਾ ਯੂਜ਼ ਕਰਨਾ, ਅਪਰੋਕਸੀਮੇਸ਼ਨ ਵਾਲੀ ਜਿਹੜੀ ਸਾਡਾ ਮੈਥਡ ਆ ਉਹਦਾ ਯੂਜ਼ ਕਰਨਾ। ਤਾਂ ਆ ਜਿਹੜਾ 3.02 ਹੈ, ਇਹਨੂੰ ਤੁਸੀਂ ਜਿਹੜੇ ਹੈਗੇ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। 3.02 ਇਹਨੂੰ ਅਸੀਂ ਲਿਖ ਸਕਦੇ ਹਾਂ 3 + 0.02। ਆ ਜਿਹੜੀ ਚੀਜ਼ ਹੈ ਇਹ ਸਾਡਾ ਅਸੀਂ x ਲੈ ਲਾਂਗੇ, ਇਹਨੂੰ ਆ ਜਿਹੜਾ ਹੈਗਾ ਇਹਨੂੰ ਅਸੀਂ ਲੈ ਲਾਂਗੇ ਡੈਲਟਾ। ਤੇ ਇਹਨਾਂ ਦੋਵਾਂ ਦਾ x + ਡੈਲਟਾ x ਦੀ ਵੈਲਿਊ ਕੀ ਆ ਗਈ, 3.02। ਤਾਂ ਜਿਹੜਾ ਸਾਨੂੰ ਆਹੀ ਅਸੀਂ ਇੱਥੇ ਲੈਟ ਕਰਿਆ, ਦੇਖੋ ਲੈਟ x ਲੈ ਲਿਆ, x = 3, ਉਹ ਵੈਲਿਊ ਲੈ ਲੈਣੀ ਜਿਹੜੀ ਆਪਾਂ ਇਹਦੇ 'ਚ ਪੁੱਟ ਕਰੀਏ ਤਾਂ ਆਪਾਂ ਈਜ਼ੀਲੀ ਉਹਦੀ ਵੈਲਿਊ ਫਾਈਂਡ ਕਰ ਸਕਦੇ ਹਾਂ, ਉਸ ਤਰ੍ਹਾਂ ਦੀ ਬਿਨਾਂ ਡੈਸੀਮਲ ਵਾਲਾ ਯਾਨੀ ਨੰਬਰ ਲੈ ਲਾਂਗੇ। ਤਾਂ f3 ਦੀ ਵੈਲਿਊ ਸਾਨੂੰ ਈਜ਼ੀਲੀ ਫਾਈਂਡ ਹੋ ਸਕਦੀ ਹੈ, ਅਤੇ ਅਸੀਂ x ਦੀ ਥਾਂ ਤੇ 3 ਲੈ ਲਓ, ਤਾਂ fx = ਆ ਸਾਨੂੰ ਗਿਵਨ ਹੈ, f' ਕੱਢਿਆ ਦਾ ਡਿਫਰੈਂਸ਼ੀਏਸ਼ਨ ਕਰਕੇ ਆ ਗਿਆ। ਤੇ ਹੁਣ ਅਸੀਂ f3 ਦੀ ਵੈਲਿਊ ਫਾਈਂਡ ਕਰਦੇ ਹਾਂ। f3 ਦੀ ਵੈਲਿਊ ਕਿਵੇਂ ਕਰਾਂਗੇ, ਇਹਦੇ ਵਿੱਚ x ਦੀ ਵੈਲਿਊ 3 ਪੁੱਟ ਕਰ ਦੇਵਾਂਗੇ, ਇਹ ਹੋ ਜਾਏਗਾ ਇੱਥੇ 9 × 3 ਹੋ ਜਾਏਗਾ, ਇੱਥੇ 3 × 5 ਹੋ ਜਾਏਗਾ, ਤਾਂ ਆਹ ਸਾਡਾ ਆਂਸਰ ਆ ਜਾਏਗਾ 45। ਤੇ ਇਸੇ ਤਰ੍ਹਾਂ f'3 ਦੀ ਵੈਲਿਊ ਕੱਢ ਲਾਂਗੇ, ਇੱਥੇ x ਦੀ ਥਾਂ ਤੇ 3 ਪੁੱਟ ਕਰ ਦਾਂਗੇ, ਇੱਥੇ 5 ਹੈਗੀ ਹੈ, ਤਾਂ ਆਂਸਰ ਆ ਜਾਏਗਾ। ਹੁਣ ਆ ਸਾਡੇ ਕੋਲ ਕੀ ਆ ਗਏ, ਦੋ ਚੀਜ਼ਾਂ ਜਿਹੜੀਆਂ ਆਈਆਂ, ਆਹ ਤਾਂ ਆ ਗਏ ਸਾਡੇ y ਦੀ ਵੈਲਿਊ, ਜਿਵੇਂ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਫਾਈਂਡ ਕਰਦੇ ਸੀ, ਉਹ ਆ ਗਈ y, ਤੇ ਆਹ ਸਾਡੀ ਆ ਗਈ dy/dx। f'3 ਇਹਦਾ ਮਤਲਬ dy/dx at x = 3। ਤੇ ਹੁਣ ਤੁਹਾਨੂੰ ਯਾਦ ਹੋਣਾ ਹੈ ਸੀ ਜੇ y + ਡੈਲਟਾ y ਫਾਈਂਡ ਕੀਤਾ ਸੀ ਪਿਛਲੇ ਕੁਐਸਚਨ ਦੇ ਵਿੱਚ, ਕੁਐਸਚਨ ਦੇ ਅਪਰੋਕਸੀਮੇਸ਼ਨ ਵਾਲੇ 'ਚ, ਉਹ 'ਚ y ਦੀ ਵੈਲਿਊ ਆਈ ਗਈ ਹੈ ਸਾਡੇ ਕੋਲੇ, ਤੇ ਡੈਲਟਾ y ਦੀ ਵੈਲਿਊ ਕਿੱਦਾਂ ਨਿਕਲਦੀ ਹੁੰਦੀ ਹੈ, ਡੈਲਟਾ y ਅਸੀਂ ਫਾਈਂਡ ਕਰਦੇ ਹੁੰਦੇ ਹਾਂ dy/dx ਇੰਟੂ ਡੈਲਟਾ x, ਤਾਂ
ਆਹੀ ਚੀਜ਼ ਅਸੀਂ ਇੱਥੇ ਯੂਜ਼ ਕਰ ਰਹੇ ਹਾਂ। ਦੇਖੋ y ਪਲੱਸ ਡੈਲਟਾ ਵਾਈ ਅਸਲ 'ਚ ਕੀ ਹੈ, ਐਫ ਐਕਸ ਪਲੱਸ ਡੈਲਟਾ ਐਕਸ, ਆਹੀ ਯਾਨੀ F3.02 ਜਿਹਨੂੰ ਅਸੀਂ ਫਾਈਂਡ ਕਰਨਾ ਉਸੇ ਨੂੰ ਅਸੀਂ y ਪਲੱਸ ਡੈਲਟਾ ਵਾਈ ਲੈਂਦੇ ਹਾਂ। ਤਾਂ ਇਹਦੇ 'ਚ y ਦੀ ਵੈਲਿਊ ਆ ਗਈ F3, ਤੁਹਾਨੂੰ ਪਤਾ ਹੀ ਹੈ 45 ਪੁੱਟ ਕਰ ਦਿੰਦੇ, ਅਤੇ ਆਹ ਡੈਲਟਾ ਵਾਈ ਦੀ ਵੈਲਿਊ ਆ ਗਈ dy/dx ਇੰਟੂ ਡੈਲਟਾ ਐਕਸ। ਤਾਂ ਵੈਲਿਊਜ਼ ਪੁੱਟ ਕਰੀਆਂ, ਮਲਟੀਪਲਾਈ ਕੀਤਾ, ਫਿਰ ਐਡ ਕੀਤਾ, 45.46 ਆਨਸਰ ਆ ਜਾਏਗਾ। ਇਹੀ ਅਸੀਂ ਫਾਈਂਡ ਕਰਨਾ। ਨੈਕਸਟ ਆਪਣੇ ਕੋਲ ਐਗਜ਼ਾਮਪਲ 4, find the approximate change in volume V of a cube of side x meters caused by increasing the side by 2%। ਸਾਡੇ ਕੋਲ ਇੱਕ ਕਿਊਬ ਹੈ ਜਿਹਦੀ ਈਚ ਸਾਈਡ x ਹੈ, ਜੇ ਉਹਦੀ ਸਾਈਡ ਨੂੰ 2% ਇਨਕਰੀਜ਼ ਕਰ ਦਈਏ ਤਾਂ ਉਹਦੇ ਵੋਲਿਊਮ ਦੇ ਵਿੱਚ ਕਿੰਨਾ ਚੇਂਜ ਆਏਗਾ, ਉਹ ਵੋਲਿਊਮ ਕਿੰਨਾ ਵੱਧ ਜਾਏਗਾ, ਇਹ ਸਾਨੂੰ ਫਾਈਂਡ ਕਰਨਾ ਹੈ। ਯਾਨੀ ਜੇ ਸਾਨੂੰ ਉਹਨੇ ਕਹਿਤਾ ਵੀ ਉਹਦੀ ਐਕਸ ਈਚ ਸਾਈਡ ਐਕਸ ਹੈ, ਤਾਂ ਅਸੀਂ ਲੈਟ ਐਕਸ ਬੀ ਦਾ ਈਚ ਸਾਈਡ ਆਫ ਦਾ ਕਿਊਬ, ਦੈਨ ਵੀ ਦੀ ਵੈਲਿਊ ਕੀ ਹੋਏਗੀ, ਵੀ ਦੀ ਵੈਲਿਊ ਸਾਈਡ ਦਾ ਕਿਊਬ ਹੁੰਦਾ ਤਾਂ ਐਕਸ ਕਿਊਬ ਹੋ ਜਾਏਗਾ। ਤਾਂ ਅਸੀਂ ਹੁਣ ਕਰਨਾ ਕੀ ਇਹਦੇ 'ਚ, ਸਾਨੂੰ ਇਹ ਕਹਿੰਦਾ ਕੁਐਸਚਨ, ਸਾਨੂੰ ਕਹਿੰਦਾ ਵੀ ਐਕਸ ਦੀ ਜਿਹੜੀ ਵੈਲਿਊ ਹੈ ਉਹਨੂੰ ਵਧਾ ਦਈਏ ਜੇ, ਯਾਨੀ ਡੈਲਟਾ ਐਕਸ ਸਾਨੂੰ ਗਿਵਨ ਹੈ 2% ਆਫ ਐਕਸ ਦਾ 2% ਵਧਾਉਣਾ ਹੈ। ਤਾਂ ਪੁੱਛਦਾ ਕੀ ਹੈ ਵੀ ਦੇ ਵਿੱਚ ਕਿੰਨਾ ਚੇਂਜ ਆਏਗਾ, ਵੀ ਦੇ ਵਿੱਚ ਚੇਂਜ ਕਿਵੇਂ ਕੱਢਾਂਗੇ, ਡੈਲਟਾ ਵੀ, ਇਹ ਚੀਜ਼ ਅਸੀਂ ਫਾਈਂਡ, ਵੀ ਦੇ ਵਿੱਚ ਕਿੰਨਾ ਚੇਂਜ, ਠੀਕ ਹੈ। ਤਾਂ ਅਸੀਂ v = x ਕਿਉਂ, ਸਾਨੂੰ ਪਤਾ ਇਹਨੂੰ ਅਸੀਂ ਡਿਫਰੈਂਸ਼ੀਏਟ ਕਰਦਾ dv/dx, ਇਹ ਆ ਗਿਆ 3x², ਠੀਕ ਹੈ ਨਾ। ਹੁਣ ਚੇਂਜ ਇਨ x ਕਿੰਨਾ ਹੈ, ਡੈਲਟਾ x ਸਾਨੂੰ ਗਿਵਨ ਸੀ 2% ਆਫ x, ਅਸੀਂ ਲਿਖ ਲਿਆ 2% ਆਫ x, 2% ਦਾ ਮਤਲਬ 2/100 ਇੰਟੂ x, ਇਹਨੂੰ ਅਸੀਂ ਡੈਸੀਮਲ 'ਚ ਬਦਲਿਆ ਤਾਂ 0.02x, ਅਤੇ ਡੈਲਟਾ ਵੀ ਦੀ ਵੈਲਿਊ ਸਾਨੂੰ ਪਤਾ, ਡੈਲਟਾ ਵੀ ਕਿਵੇਂ ਕੱਢਾਂਗੇ, dv/dx ਮਲਟੀਪਲਾਈ ਬਾਈ ਡੈਲਟਾ x, dv/dx ਵੀ ਅਸੀਂ ਕੱਢ ਕੇ ਆਏ ਹਾਂ, ਡੈਲਟਾ x ਦੀ ਵੀ ਸਾਨੂੰ ਵੈਲਿਊ ਪਤਾ, ਦੋਨੋਂ ਵੈਲਿਊਜ਼ ਅਸੀਂ ਪੁੱਟ ਕਰਤੀਆਂ ਸਾਡੀਆਂ। ਹੁਣ ਇਹ 'ਚ v ਪਲੱਸ ਡੈਲਟਾ ਵੀ ਨਹੀਂ ਕੱਢਣਾ, ਕਿਉਂਕਿ ਸਾਨੂੰ ਇਹ ਨਹੀਂ ਪੁੱਛਿਆ ਵੀ ਜੇ ਉਹਦੀ ਸਾਈਡ 2% ਵਧਾ ਦਈਏ ਤਾਂ ਉਹਦਾ ਵੋਲਿਊਮ ਕਿੰਨਾ ਹੋ ਜਾਊਗਾ, ਸਾਨੂੰ ਸਿਰਫ ਇਹ ਪੁੱਛਿਆ ਵੀ ਉਹਦੇ 'ਚ ਕਿੰਨਾ ਚੇਂਜ ਹੋਏਗਾ ਵੋਲਿਊਮ, ਯਾਨੀ ਅਸੀਂ ਡੈਲਟਾ ਵੀ ਹੀ ਫਾਈਂਡ ਕਰਨਾ ਸੀ, v ਪਲੱਸ ਡੈਲਟਾ ਵੀ ਨਹੀਂ ਫਾਈਂਡ ਕਰਨਾ। ਤਾਂ ਇੱਥੇ ਹੀ ਸਾਡਾ ਆਨਸਰ। ਨੈਕਸਟ ਸਾਡੇ ਕੋਲ ਲਾਸਟ ਐਗਜ਼ਾਮਪਲ ਹੈ, ਐਗਜ਼ਾਮਪਲ 5, if the radius of sphere is measured as 9 cm with the error of 0.03 cm, then find the approximate error in calculating its volume। ਕਿਸੇ ਸਫੀਅਰ ਦੀ ਰੇਡੀਅਸ 9 ਸੈਂਟੀਮੀਟਰ ਮੈਜਰ ਕੀਤੀ ਗਈ, ਉਹਦੇ 'ਚ ਇੰਨਾ ਐਰਰ ਹੈ, ਐਰਰ ਮਤਲਬ ਇੰਨੀ ਨਾਪਣ ਦੇ ਵਿੱਚ ਮਿਸਟੇਕ ਹੋ ਸਕਦੀ ਹੈ, ਯਾਨੀ ਜਿਹੜਾ ਅਸੀਂ 9 ਸੈਂਟੀਮੀਟਰ ਨਾਪੀ ਹੈ ਉਹਦੀ ਰੇਡੀਅਸ, ਉਹ 9 ਸੈਂਟੀਮੀਟਰ ਦੇ ਬਜਾਏ ਉਹ ਤੋਂ ਇੰਨੀ ਵੱਧ ਜਾਂ ਘੱਟ ਹੋ ਸਕਦੀ ਸੀ, ਇੰਨਾ ਐਰਰ ਹੈ ਉਹਦੇ ਵਿੱਚ, ਸਕੇਲ ਦੇ ਵਿੱਚ, ਸਕੇਲ ਦੇ ਨਾਪਣ 'ਚ ਗਲਤੀ ਹੈ, ਠੀਕ ਹੈ ਨਾ। ਦੈਨ ਉਹ ਕਹਿੰਦੇ ਵੀ ਜੇ ਇੰਨਾ ਐਰਰ ਉਹਦੀ ਰੇਡੀਅਸ ਦੇ ਵਿੱਚ ਆ ਤਾਂ ਉਹਦੇ ਵੋਲਿਊਮ ਦੇ ਵਿੱਚ ਕਿੰਨਾ ਐਰਰ ਹੋਏਗਾ, ਯਾਨੀ ਵੋਲਿਊਮ ਕਿੰਨਾ ਵੱਧ ਘੱਟ ਹੋ ਸਕਦਾ, ਡੈਲਟਾ ਵੀ ਫਾਈਂਡ ਕਰਨਾ ਸੀ, ਠੀਕ ਹੈ ਨਾ। ਅਸੀਂ ਕੀ ਕਰਿਆ, ਲੈਟ ਆਰ ਬੀ ਦਾ ਰੇਡੀਅਸ ਆਫ ਸਫੀਅਰ, ਤਾਂ ਆਰ ਦੀ ਵੈਲਿਊ ਸਾਨੂੰ ਗਿਵਨ ਹੈ, ਆਹ ਕੀ ਹੈ, ਇਹ ਐਰਰ ਹੈ, ਯਾਨੀ ਇੰਨਾ ਇਹ ਵੱਧ ਜਾਂ ਘੱਟ ਸਕਦਾ ਸੀ, ਤਾਂ ਇਹ ਡੈਲਟਾ ਆਰ ਦੀ ਵੈਲਿਊ ਹੈ, ਡੈਲਟਾ ਆਰ = 0.03 ਸੈਂਟੀਮੀਟਰ। ਹੁਣ ਸਫੀਅਰ ਦਾ ਵੋਲਿਊਮ ਕੀ ਹੁੰਦਾ, v = 4/3 πr³, ਠੀਕ ਹੈ ਨਾ। ਇਹਨੂੰ ਅਸੀਂ ਲਿਖ ਲਿਆ, ਫਿਰ ਅਸੀਂ ਡਿਫਰੈਂਸ਼ੀਏਟ ਕਰਦਾ ਵਿਦ ਰਿਸਪੈਕਟ ਟੂ ਆਰ, ਤਾਂ ਇਹਦੇ 'ਚ ਇਹਦਾ ਡਿਫਰੈਂਸ਼ੀਏਸ਼ਨ ਹੋਇਆ, ਆਰ ਕਿਊਬ ਦਾ ਡਿਫਰੈਂਸ਼ੀਏਸ਼ਨ 3r² ਹੋ ਜਾਏਗਾ, 3 ਨਾਲ 3 ਕੈਂਸਲ ਹੋ ਜਾਏਗਾ, ਤਾਂ 4πr² ਆ ਜਾਏਗਾ। ਹੁਣ ਡੈਲਟਾ ਵੀ ਕਾਹਦੇ ਇਕੁਅਲ ਹੁੰਦਾ, dv/dr ਮਲਟੀਪਲਾਈਡ ਬਾਈ ਡੈਲਟਾ ਆਰ, ਠੀਕ ਹੈ ਨਾ। ਅਤੇ dv/dr ਦੀ ਵੈਲਿਊ 4πr², 4π ਆਰ ਦੀ ਵੈਲਿਊ 9 ਪੁੱਟ ਕਰਤੀ ਅਸੀਂ, 9 ਦਾ ਸਕੁਅਰ, ਅਤੇ ਡੈਲਟਾ ਆਰ ਦੀ ਵੀ ਵੈਲਿਊ ਪੁੱਟ ਕਰਤੀ 0.03, ਮਲਟੀਪਲਾਈ ਕਰਤਾ ਸਾਡਾ ਆਨਸਰ, ਇਹ ਕੀ ਆ ਗਿਆ, ਚੇਂਜ ਐਰਰ ਇਨ v, ਠੀਕ ਹੈ ਨਾ। ਤਾਂ ਡੈਲਟਾ v ਦੀ ਵੈਲਿਊ ਆ ਗਈ, ਇਹੀ ਅਸੀਂ ਫਾਈਂਡ ਕਰ ਰਹੇ। ਸੋ ਇਸੇ ਦੇ ਨਾਲ ਤੁਹਾਡੀ ਇਹ ਜਿਹੜਾ ਹੈਗਾ ਟੌਪਿਕ ਖਤਮ ਹੁੰਦਾ, ਅਤੇ ਇਸ ਟੌਪਿਕ ਦੇ ਨਾਲ ਹੀ ਤੁਹਾਡੀ ਜਿਹੜੀ ਚੈਪਟਰ ਵੀ ਖਤਮ ਹੁੰਦਾ, ਐਪਲੀਕੇਸ਼ਨਸ ਆਫ ਡੈਰੀਵੇਟਿਵਸ, ਇਹ ਸਾਰਾ ਚੈਪਟਰ ਖਤਮ ਹੋ ਗਿਆ ਅੱਜ। ਅਤੇ ਤੁਸੀਂ ਇਹਦੇ ਨਾਲ ਰਿਲੇਟਡ ਜਿਹੜੀ ਐਕਸਰਸਾਈਜ਼ NCERT ਦੀ ਉਹ ਕਰ ਲੈਣੀ ਹੈ, ਅਤੇ ਨਾਲ ਜਿਹੜੇ ਤੁਹਾਡੀ ਰੈਫਰੈਂਸ ਬੁੱਕ ਤੁਹਾਡੇ ਕੋਲ ਹੈ ਉਹਦੇ 'ਚੋਂ ਤੁਸੀਂ
ਬੋਰਡ ਦੇ ਵਿੱਚ ਆਏ ਹੋਏ ਕੁਐਸਚਨ ਵੀ ਤੁਸੀਂ ਕਰ ਲੈਣੇ ਹੈਗੇ। ਤੇ ਇਸੇ ਦੇ ਨਾਲ ਹੀ ਇਹ ਸਾਰਾ ਜਿਹੜਾ ਟੌਪਿਕ ਹੈ ਸਾਡਾ ਜਿਹੜਾ ਲੈਸਨ ਵੀ ਖਤਮ ਹੋ ਗਿਆ ਅੱਜ। ਤਾਂ ਦੈਟਸ ਆਲ।